ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਮਿਦ ਕੁਮਾਰ ਤੇ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਸਾਡਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪੰਨੂ ਸਾਹਿਬ ਦਾ ਸਵਾਗਤ ਕਰ ਲੈਂਦੇ ਆ, ਫਿਰ ਕਰਾਂਗੇ ਖਬਰਾਂ ਤੇ ਚਰਚਾ। ਪੰਨੂ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਪੰਨੂ ਸਾਹਿਬ, ਪਹਿਲਾਂ ਗੱਲ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਕਰ ਲੈਂਦੇ ਆ ਜੀ। 33 ਸਾਲ ਪੁਰਾਣਾ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਆਇਆ ਜੀ। ਪੂਰਾ ਮਾਮਲਾ ਕੀ ਸੀ ਤੇ ਹੁਣ ਇਹਦਾ ਕੀ ਹਾਲ ਹੋਇਆ ਜੀ? ਦੇਖੋ ਅਮਿਤ ਜੀ, ਰਾਹ ਜਾਂਦਿਆਂ ਝਗੜੇ ਕਈਆਂ ਦੇ ਹੋ ਜਾਂਦੇ ਆ, ਕਦੇ ਕਦੇ ਸਾਡੇ ਵੀ ਹੋ ਜਾਂਦੇ ਆ ਜੀ। ਇਦਾਂ ਦੇ ਝਗੜੇ ਕਈ ਵਾਰੀ ਲੋਕਾਂ ਦੇ ਵੱਧ ਜਾਂਦੇ ਆ। ਇਹਨਾਂ ਵਧੇ ਝਗੜਿਆਂ 'ਚ ਕਦੇ ਕਦੇ ਲੋਕ ਹੱਥੋਂ ਪਾਈ ਹੁੰਦੇ ਆ, ਗਾਲੋ ਗਾਲੀ ਹੁੰਦੇ ਆ, ਕਦੇ ਇੱਕ ਦੂਜੇ ਸੱਟ ਪੇਟ ਲੱਗਦੀ ਆ, ਕਈ ਵਾਰੀ ਕਤਲ ਵੀ ਹੋ ਜਾਂਦੇ ਆ। ਫੂਲਾ ਦੇਵੀ ਕਿੱਡੀ ਵੱਡੀ ਡਾਕੂ ਸੀ, 5 ਸੂਬਿਆਂ 'ਚ ਉਹਦੀ ਦਹਿਸ਼ਤ ਹੁੰਦੀ ਸੀ। ਫਿਰ ਉਹਨੇ ਹਥਿਆਰ ਸੁੱਟ ਦਿੱਤੇ, ਉਹਦੇ ਕੇਸ ਚੱਲੇ, ਉਹ ਖਤਮ ਹੋਏ। ਮੁੜ ਕੇ ਸਮਾਜਵਾਦੀ ਪਾਰਟੀ ਨੇ ਪਾਰਲੀਮੈਂਟ ਮੈਂਬਰ ਬਣਾਤੀ। ਰਾਤ ਨੂੰ ਕਿਸੇ ਥਾਂ ਤੋਂ ਖਾਣਾ ਖਾ ਕੇ ਘਰ ਆ ਰਹੀ ਸੀ, ਦੇਸ਼ ਦੀ ਰਾਜਧਾਨੀ ਦਿੱਲੀ 'ਚ। 2 ਜਣਿਆਂ ਗੱਡੀ ਰੋਕ ਕੇ ਤੇ ਕਹਿੰਦੇ ਆ ਕਿ ਗੱਡੀ ਨਾਲ ਗੱਡੀ ਖਹਿ ਗਈ ਸੀ, ਫੜ ਕੇ ਉਹਨੂੰ ਕਤਲ ਕਰਤਾ। ਇਦਾਂ ਦੀਆਂ ਘਟਨਾਵਾਂ ਤੇ ਕਈਆਂ ਥਾਵਾਂ 'ਤੇ ਹੋ ਜਾਂਦੀਆਂ। ਪਰਸੋਂ ਅਜੇ ਦਿੱਲੀ ਲਾਲ ਕਿਲੇ ਦੇ ਸਾਹਮਣੇ 2 ਗੱਡੀਆਂ ਇੱਕ ਦੂਜੀ ਨਾਲ ਖਹਿ ਗਈਆਂ, ਉੱਥੇ ਵੀ ਗੋਲੀ ਚੱਲ ਗਈ ਹੈ। ਇਸੇ ਤਰ੍ਹਾਂ ਜਿਹੜਾ ਬਹੁਤ ਪੁਰਾਣਾ ਕੇਸ ਹੈ, ਉਦੋਂ ਨਵਜੋਤ ਸਿੰਘ ਸਿੱਧੂ ਪਟਿਆਲੇ ਦੇ ਜਾ ਰਿਹਾ ਸੀ, ਥੋੜ੍ਹਾ ਬਹੁਤ ਗੱਡੀ ਨਾਲ ਗੱਡੀ ਖਹਿ ਗਈ, ਮਾੜਾ ਮੋਟਾ ਰੋਡ ਰੇਜ ਦਾ ਮਤਲਬ ਕਿ ਸੜਕ ਦੇ ਉੱਤੇ ਲੰਘਣ ਲੰਘਾਉਣ ਤੋਂ ਝਗੜਾ। ਉਹ ਝਗੜੇ 'ਚ ਸਾਹਮਣੇ ਵਾਲੇ ਬੰਦੇ ਨੂੰ ਇਹਨੇ ਘਸੁੰਨ ਮਾਰਤਾ। ਕੁਝ ਲੋਕ ਕਹਿੰਦੇ ਆ ਕ੍ਰਿਕਟ ਦੇ ਬੈਟ ਨਾਲ ਕੁੱਟਿਆ, ਪਰ ਮੇਰੇ ਕੋਲ ਇਹਦਾ ਕੋਈ ਸਬੂਤ ਨਹੀਂ। ਮੈਨੂੰ ਇੰਨਾ ਪਤਾ ਕਿ ਘਸੁੰਨ ਇਹਨੇ ਮਾਰਿਆ। ਉਹ ਘਸੁੰਨ ਸਿੱਧਾ ਇਹਨੇ ਮਾਰਿਆ, ਇਹਦਾ ਸੱਜਾ ਹੱਥ ਸੀ, ਉਹਦਾ ਖੱਬਾ ਪਾਸਾ ਸੀ, ਦਿਲ ਦੇ ਉੱਤੇ ਘਸੁੰਨ ਜਾ ਵੱਜਾ ਤੇ ਉਹ ਬੰਦੇ ਦੀ ਕਹਿੰਦੇ ਮੌਤ ਹੋ ਗਈ, ਜਿੰਨੀ ਮੈਨੂੰ ਪਤਾ। ਹੁਣ ਮੌਤ ਤਾਂ ਹੋਈ ਹੈ ਝਗੜੇ 'ਚ, ਕਤਲ ਤੋਂ ਹੋਇਆ, ਉਹ ਕਤਲ ਦਾ ਕੇਸ ਇੱਥੇ ਬਣ ਗਿਆ। ਫਿਰ ਇਹ ਉਹ ਕੇਸ ਭੁਗਤਦਾ ਰਿਹਾ ਤੇ ਉਸ ਕੇਸ 'ਚੋਂ ਇਹਨੂੰ ਹੇਠਲੀ ਅਦਾਲਤ ਨੇ ਬਰੀ ਕੀਤਾ ਉਦੋਂ ਜਦੋਂ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਹੁੰਦੀ ਸੀ। ਇਹ ਸੀ ਕਾਂਗਰਸੀ ਪਰਿਵਾਰ 'ਚੋਂ, ਇਹਦਾ ਬਾਪ ਕਾਂਗਰਸੀ ਸੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਨੇ ਤੇ ਭਾਜਪਾ ਵਾਲਿਆਂ ਨੇ ਰਲ ਕੇ ਆਖਿਆ ਕਿ ਇਹਨੂੰ ਕਾਂਗਰਸੀ ਨੂੰ ਸੁੱਕਾ ਨਹੀਂ ਜਾਣ ਦੇਣਾ। ਉਹਨਾਂ ਨੇ ਚੁੱਕ ਕੇ ਤੇ ਉੱਪਰ ਅਪੀਲ ਕਰਵਾਤੀ ਹਾਈ ਕੋਰਟ 'ਚ ਕਿ ਇਹ ਕੇਸ ਦੇ ਵਿੱਚੋਂ ਇਹਨੂੰ ਗਲਤ ਛੱਡਿਆ ਗਿਆ। ਅਗਲੀਆਂ ਚੋਣਾਂ 'ਚ ਅਟਲ ਬਿਹਾਰੀ ਵਾਜਪਾਈ ਨੇ ਇਹਨੂੰ ਆਖਿਆ ਕਿ ਤੂੰ ਸਾਡੀ ਪਾਰਟੀ ਵੱਲੋਂ ਚੋਣ ਲੜ। ਇਹ ਚੋਣ ਲੜਿਆ, ਇਹ ਜਿੱਤਿਆ। ਕੇਸ ਅਜੇ ਹਾਈ ਕੋਰਟ ਚੱਲਦਾ ਪਿਆ ਸੀ। ਉਧਰੋਂ ਸਰਕਾਰ ਬਦਲ ਗਈ, ਆ ਗਈ ਕੈਪਟਨ ਅਮਰਿੰਦਰ ਸਿੰਘ ਦੀ, ਤੇ ਕਾਂਗਰਸੀਆਂ ਨੇ ਆਖਿਆ ਹੁਣ ਕਾਹਦਾ ਸਾਡਾ, ਹੁਣ ਤਾਂ ਇਹ ਭਾਜਪਾ ਦਾ ਤੇ ਅਕਾਲੀਆਂ ਦਾ। ਉਹਨਾਂ ਥੋੜ੍ਹੀ ਜਿਹੀ ਵਕੀਲਾਂ ਨੂੰ ਕਹਿਤਾ ਪੈਰਵੀ ਵੱਧ ਕਰੋ, ਤੇ ਇਹਨੂੰ ਹੋ ਗਈ ਸਜ਼ਾ। ਇਹਨੇ ਉਹ ਸਜ਼ਾ ਨੂੰ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਤੇ ਉੱਥੇ ਸੁਪਰੀਮ ਕੋਰਟ ਨੇ ਥੋੜ੍ਹੇ ਜਿਹੇ ਪੈਸੇ ਜੁਰਮਾਨਾ ਕਰਕੇ ਤੇ ਇਹਨੂੰ ਛੱਡ ਦਿੱਤਾ। ਕਤਲ ਦਾ ਕੇਸ ਸੀ, ਉਹ ਛੱਡਣ ਛਡਾਉਣ ਵਾਲਾ ਢੰਗ ਕਈ ਲੋਕਾਂ ਨੂੰ ਜਾਪਦਾ ਸੀ ਜਾਇਜ਼ ਨਹੀਂ। ਜਿਨ੍ਹਾਂ ਦੇ ਪਰਿਵਾਰ ਦਾ ਜੀਅ ਮਰਿਆ ਸੀ, ਉਹਨਾਂ ਨੇ ਫੈਸਲੇ ਨੂੰ ਰਿਵਿਊ ਵਾਸਤੇ ਅਰਜ਼ੀ ਦੇ ਦਿੱਤੀ, ਰਿਵਿਊ ਕੀਤਾ ਜਾਵੇ। ਉਹ ਕੇਸ ਹੁਣ ਕੱਲ੍ਹ ਦਾ ਨਿਕਲ ਆਇਆ ਤੇ ਅੱਜ ਸੁਣਵਾਈ ਹੋਈ ਆ। ਲੱਗਦਾ ਸੀ ਜਿਵੇਂ ਇਹਦੇ ਗਲ ਫਾਹ ਪਾਉਣ ਦਾ ਯਤਨ ਕਰਾਉਣਗੇ ਦੂਸਰੀ ਧਿਰ ਵਾਲੇ, ਪਰ ਉਹ ਗੱਲ ਨਹੀਂ ਬੜੀ। ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਇਸ ਕੇਸ ਦੀ ਸੁਣਵਾਈ 25 ਫਰਵਰੀ ਨੂੰ ਕਰਾਂਗੇ। ਇਹਦਾ ਮਤਲਬ ਕਿ ਵਿਧਾਨ ਸਭਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਕੋਈ ਖਤਰਾ ਨਹੀਂ। ਮੈਂ ਬੇਨਤੀ ਕਰਾਂ ਕਿ ਇਹ ਹਾਲਾਤ ਦਾ, ਸਿਆਸਤ ਦਾ ਸ਼ਿਕਾਰ ਹੋਇਆ। ਘਟਨਾ ਇੱਕ ਵਾਪਰੀ, ਜੇ ਉਸ ਘਟਨਾ ਦੇ ਵਿੱਚ ਇਹਨੇ ਕੁਝ ਗੁਨਾਹ ਕੀਤਾ ਸੀ, ਦੇਸ਼ ਦਾ ਕਾਨੂੰਨ ਜਾਣੇ ਤੇ ਇਹ ਜਾਣੇ। ਪਰ ਇਹ ਜਦੋਂ ਬਰੀ ਹੋ ਗਿਆ ਸੀ ਅਦਾਲਤ ਤੋਂ, ਤੇ ਅਕਾਲੀ ਭਾਜਪਾ ਨੇ ਇਹਨੂੰ ਇਸ ਕਰਕੇ ਫਸਾਇਆ ਕਿ ਕਾਂਗਰਸੀਆਂ ਦਾ ਮੁੰਡਾ। ਸਰਕਾਰ ਬਦਲ ਗਈ, ਇਹ ਵੀ ਕਾਂਗਰਸੀਆਂ ਦਾ ਮੁੰਡਾ ਨਾ ਰਿਹਾ, ਭਾਜਪਾ ਦਾ ਹੋ ਗਿਆ, ਤੇ ਕਾਂਗਰਸੀਆਂ ਨੇ ਮੁੜ ਕੇ ਇਹਦੇ ਖਿਲਾਫ ਜ਼ੋਰ ਲਾਇਆ ਵੀ ਹੁਣ ਇਹ ਸਾਡਾ ਨਹੀਂ, ਭਾਜਪਾ ਦਾ ਮੁੰਡਾ। ਪਹਿਲਾਂ ਇਹਨੂੰ ਅਕਾਲੀ ਫਸਾ ਗਏ, ਨਹੀਂ ਤੇ ਸੈਸ਼ਨ ਕੋਰਟ 'ਚ ਬਰੀ ਹੋ ਗਿਆ ਸੀ, ਹਾਈ ਕੋਰਟ ਜਾਣਾ ਹੀ ਨਹੀਂ ਸੀ। ਮੁੜ ਕੇ ਕਾਂਗਰਸੀਆਂ ਨੇ ਇਹਨੂੰ ਫਸਾਇਆ ਕਿ ਹੁਣ ਸੁੱਕਾ ਨਾ ਜਾਣ ਦਿਓ। ਉਸ ਹਾਲਾਤ ਦਾ ਸ਼ਿਕਾਰ ਹੋਇਆ। ਇਸ ਵੇਲੇ ਉਹ ਕੇਸ ਇਹਦਾ ਨਿਕਲ ਕੇ ਸਾਹਮਣੇ ਆ ਗਿਆ। ਕੱਲ੍ਹ ਨੂੰ ਕੀ ਬਣਦਾ ਪਤਾ ਨਹੀਂ, ਕੱਲ੍ਹ ਨਾਮ ਕਾਲ ਦਾ ਹੁੰਦਾ। ਹਾਲ ਦੀ ਘੜੀ ਹੈ ਕਿ ਚੋਣਾਂ ਦੌਰਾਨ ਇਹਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ। ਜਿਸ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਆ, ਹੁਣ ਤਾਂ ਸਿਮਰਜੀਤ ਸਿੰਘ ਬੈਂਸ ਨੂੰ ਵੀ ਮਿਲ ਗਈ। ਸਾਰਿਆਂ ਨੂੰ ਇਹ ਛੋਟ ਮਿਲੀ ਹੈ ਕਿ ਚੋਣਾਂ ਤੱਕ ਕੋਈ ਗੱਲ ਨਹੀਂ ਹੋਵੇਗੀ। ਜਿਹੜੀਆਂ ਚੋਣਾਂ ਤੱਕ ਦੀਆਂ ਛੋਟਾਂ ਨੇ, ਉਸੇ ਤਰ੍ਹਾਂ ਦੀ ਛੋਟ ਇਹਦੀ ਆ। 20 ਤਰੀਕ ਨੂੰ ਵੋਟਾਂ ਪੈ ਜਾਣੀਆਂ, 25 ਤਰੀਕ ਨੂੰ ਸੁਣਵਾਈ ਆ। ਇਹਨੂੰ ਇੱਕਦਮ ਕੁਛ ਨਹੀਂ ਹੋਣ ਲੱਗਾ। ਇਹ ਮਾਮਲਾ ਇੱਕ ਵਾਰੀ ਠੰਡੇ ਬਸਤੇ 'ਚ ਪੈ ਗਿਆ, ਚੋਣ ਮੁੱਦਾ ਨਹੀਂ ਬਣਨਾ।
ਤੁਹਾਨੂੰ ਸਾਹਿਬ ਅੱਗੇ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਗੱਲ ਕਰ ਲੈਂਦੇ ਆ ਜੀ। ਸਟਾਰ ਪ੍ਰਚਾਰਕ ਦੀ ਸੂਚੀ ਜੋ ਉੱਤਰਾਖੰਡ ਦੇ ਲਈ ਆਈ ਆ ਉਹਨਾਂ ਵਿੱਚ ਨਾਮ ਨਹੀਂ ਹੈ ਨਵਜੋਤ ਸਿੰਘ ਸਿੱਧੂ ਦਾ। ਇਹਦੇ ਨਾਲ ਹੀ ਇੱਕ ਹੋਰ ਮਿਲਦਾ ਹੋਇਆ ਸਵਾਲ ਮੈਂ ਪੁੱਛਣਾ ਚਾਹੂੰਗਾ। ਨਵਜੋਤ ਕੌਰ ਸਿੱਧੂ ਦਾ ਵੀ ਬਿਆਨ ਆਇਆ, ਨਵਜੋਤ ਸਿੱਧੂ ਦੀ ਧਰਮ ਪਤਨੀ ਦਾ, ਕਹਿੰਦੇ ਕਿ ਜੇਕਰ ਇਸ ਵਾਰ ਰਾਜਨੀਤੀ ਦੇ ਵਿੱਚ ਕੁਝ ਨਾ ਬਣਿਆ ਤਾਂ ਅਸੀਂ ਆਪਣੇ ਪ੍ਰੋਫੈਸ਼ਨ 'ਚ ਮੁੜ ਵਾਪਸ ਚਲੇ ਜਾਵਾਂਗੇ ਜੀ। ਦੇਖੋ ਗੱਲ ਇਹ ਹੈ ਕਿ ਕੱਲ ਦਾ ਦਿਨ ਸਿੱਧੂ ਵਾਸਤੇ ਭਾਰੂ ਰਿਹਾ। ਉਹਨੂੰ 4 ਸੱਟਾਂ ਪਈਆਂ। ਪਹਿਲੀ ਸੱਟ ਤੇ ਸੁਨੀਲ ਜਾਖੜ ਦਾ ਬਿਆਨ ਸੀ ਕਿ ਮੈਨੂੰ 42 ਵਿਧਾਇਕਾਂ ਨੇ ਪਸੰਦ ਕੀਤਾ, ਸੁਖਜਿੰਦਰ ਸਿੰਘ ਰੰਧਾਵੇ ਨੂੰ ਤੇ ਸਿੱਧੂ ਨੂੰ ਤੇ ਸਿਰਫ 6 ਬੰਦਿਆਂ ਵੋਟ ਪਾਈ ਸੀ। ਇਹ ਉਹਨੂੰ ਪਹਿਲੀ ਸੱਟ। ਦੂਜੀ ਸੱਟ ਸੀ ਕਿ ਕਾਂਗਰਸ ਪਾਰਟੀ ਨੇ ਇਹਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਚੋਂ ਕੱਢਤਾ। ਤੀਸਰੀ ਸੱਟ ਸੀ ਕਿ ਇਹਦਾ ਕੇਸ ਨਿਕਲਿਆ ਸੁਪਰੀਮ ਕੋਰਟ ਸੁਣਵਾਈ ਵਾਸਤੇ। ਚੌਥੀ ਸੱਟ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਕਿ ਉਹ ਚਿੱਠੀ ਲਿਖੀ ਸੀ ਇਮਰਾਨ ਖਾਨ ਨੇ, ਜਿਹੜਾ ਅੱਜ ਕੱਲ੍ਹ ਉਸ ਦੇਸ਼ ਦਾ ਪ੍ਰਧਾਨ ਮੰਤਰੀ ਆ ਜਿਹੜਾ ਸਾਡਾ ਫਰੈਂਡਲੀ ਕੰਟਰੀ ਨਹੀਂ, ਉਹਨੇ ਕਹਿ ਕੇ ਇਹਨੂੰ ਮੰਤਰੀ ਬਣਨ ਵਾਸਤੇ ਸਿਫਾਰਿਸ਼ ਕੀਤੀ ਸੀ। ਇਹ ਚਾਰੇ ਗੱਲਾਂ ਇਹੋ ਜਿਹੀਆਂ ਸੀ ਜਿਨ੍ਹਾਂ 'ਚ ਕੁਛ ਨਾ ਕੁਛ ਬੰਦੇ ਨੂੰ ਫਿਰ ਘਬਰਾਹਟ ਵੀ ਹੁੰਦੀ ਹੈ। ਸੱਟ ਤੇ ਸੱਟ, ਸੱਟ ਤੇ ਸੱਟ, ਸੱਟ ਤੇ ਸੱਟ, ਉਹ ਫਿਰ ਮਾਤਾ ਦੇ ਦਰਸ਼ਨਾਂ ਨੂੰ ਮਾਤਾ ਵੈਸ਼ਨੋ ਦੇਵੀ ਦੇ ਚਲਾ ਗਿਆ। ਹੁਣ ਅੱਜ ਵਾਲੇ ਹਾਲਾਤ 'ਚ ਅਸੀਂ ਜਦੋਂ ਸੋਚਦੇ ਹਾਂ, ਅੱਗੇ ਇਹਨੂੰ ਹਰ ਵਾਰੀ ਸਟਾਰ ਪ੍ਰਚਾਰਕਾਂ 'ਚ ਪਹਿਲੀ ਲਿਸਟ ਵਿੱਚ ਪਾਰਟੀ ਸ਼ਾਮਲ ਕਰਦੀ ਸੀ। ਪਹਿਲਾਂ ਭਾਜਪਾ ਵਾਲੇ ਵੀ ਕਰਦੇ ਹੁੰਦੇ ਸੀ, ਹੁਣ ਕਾਂਗਰਸ ਵਿੱਚ ਜਦੋਂ ਆਇਆ ਹਰ ਵਾਰੀ ਇਹਨੂੰ ਕਰਦੇ ਨੇ। ਇਸ ਵਾਰੀ ਕੀ ਬਿੱਲੀ ਰਸਤਾ ਕੱਟ ਗਈ ਕਿ ਅਚਾਨਕ ਇਹਨੂੰ ਉੱਤਰਾਖੰਡ ਦੀ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚੋਂ ਕੱਢਤਾ ਤੇ ਜਿਹੜੇ ਚਰਨਜੀਤ ਸਿੰਘ ਚੰਨੀ ਨੂੰ ਕਦੇ ਕਿਸੇ ਨੇ ਸ਼ੰਭੂ ਵਾਲਾ ਬੈਰੀਅਰ ਨਹੀਂ ਸੋਚਿਆ ਲੰਘਣ ਦੇਣਾ, ਉਹਨੂੰ ਸਟਾਰ ਪ੍ਰਚਾਰਕਾਂ ਦੇ ਵਿੱਚ ਉੱਤਰਾਖੰਡ ਵਾਸਤੇ ਵੀ ਪਾਤਾ। ਇਹ ਗੱਲ ਦੋਹਰਾ ਮਤਲਬ ਸੱਟ ਮਾਰਨ ਵਾਲੀ ਹੈ। ਇੱਕ ਤੇ ਸਿੱਧੂ ਨੂੰ ਇਸ ਗੱਲ ਦੀ ਸੱਟ ਮਾਰਦੀ ਹੈ ਕਿ ਜਾਂ ਤੈਨੂੰ ਕੱਢ ਦਿੱਤਾ ਏ, ਤੇ ਦੂਜਾ ਇਹ ਕਿ ਜਿਹਨੂੰ ਤੂੰ ਪਸੰਦ ਨਹੀਂ ਕਰਦਾ ਉਹਨੂੰ ਤੇਰੀ ਥਾਂ ਲਾਤਾ ਏ। ਇਹ ਦੋਹਰੀ ਸੱਟ ਹੈ। ਇਸ ਸੱਟ ਨੂੰ ਮਾਨਸਿਕ ਪੱਖੋਂ ਨੇ ਕਿੱਦਾਂ ਵੇਖਣਾ ਉਹ ਪਤਾ ਨਹੀਂ, ਪਰ ਬੀਬੀ ਸਿੱਧੂ ਜਿਹੜੀ ਆ, ਨਾ ਇਹਦਾ ਵੀ ਨਵਜੋਤ ਹੈ ਤੇ ਇਹਦੀ ਪਤਨੀ ਦਾ ਵੀ ਨਵਜੋਤ ਹੈ। ਨਵਜੋਤ ਕੌਰ ਸਿੱਧੂ ਨੇ ਜਿਹੜਾ ਬਿਆਨ ਦਿੱਤਾ ਉਹ ਠੀਕ ਨਹੀਂ ਗਾ। ਉਹਨੂੰ ਅੱਜ ਦੀ ਤਰੀਕ ਵਿੱਚ ਇਹ ਬਿਆਨ ਬਿਲਕੁਲ ਨਹੀਂ ਸੀ ਦੇਣਾ ਚਾਹੀਦਾ, ਪਰ ਉਹ ਬੀਬੀ ਵੀ ਚੁੱਪ ਰਹਿਣਾ ਨਹੀਂ ਸਿੱਖੀ ਹੈ। ਦੋਵੇਂ ਰਾਮ ਰਲਾਈ ਜੋੜੀ ਨੇ। ਜਿੱਦਾਂ ਗਲਤੀ ਕੀਤੀ ਹੈ ਨਾ ਚਰਨਜੀਤ ਸਿੰਘ ਚੰਨੀ ਨੇ ਕਿ ਚਮਕੌਰ ਦੀ ਸੀਟ ਦੇ ਨਾਲ ਜਾ ਕੇ ਭਦੌੜ ਨੂੰ ਦੌੜ ਲਾਤੀ ਤੇ ਸਾਰਿਆਂ 'ਚ ਇਹ ਪ੍ਰਭਾਵ ਗਿਆ ਕਿ ਆਪਣੀ ਸੀਟ ਹਾਰਤੀ ਵੇਖ ਕੇ ਉਧਰ ਭੱਜਿਆ, ਉਹਦੇ ਨਾਲ ਉਹਦਾ ਨੁਕਸਾਨ ਹੋਇਆ। ਉਸੇ ਤਰ੍ਹਾਂ ਬੀਬੀ ਨਵਜੋਤ ਕੌਰ ਸਿੱਧੂ ਨੇ ਅੱਜ ਜਿਹੜਾ ਬਿਆਨ ਦਿੱਤਾ ਕਿ ਕੀ ਅੱਜ ਰਾਜਨੀਤੀ ਸਾਡੇ ਪੈਰ ਨਾ ਟਿਕੇ, ਅਸੀਂ ਆਪਣੇ ਪੁਰਾਣੇ ਪ੍ਰੋਫੈਸ਼ਨਲ ਚੱਲ ਜਾਂਗੇ। ਸਿੱਧੂ 1 ਘੰਟੇ ਦੇ 25 ਲੱਖ ਰੁਪਏ ਲੈਂਦਾ ਸੀ, ਇਹ ਫਿਰ ਕਮੈਂਟਰੀ ਕਰਨ ਚੱਲ ਜੂ। ਆਹ ਗੱਲ ਬੜੀ ਉਹਦਾ ਨੁਕਸਾਨ ਕਰਨ ਵਾਲੀ ਹੈ ਕਿ ਉਹਦੀ ਪਤਨੀ ਨੂੰ ਵੀ ਹੁਣ ਸ਼ੱਕ ਹੈ ਕਿ ਕਾਮਯਾਬ ਹੋਊ ਕਿ ਨਹੀਂ ਹੋਊ। ਇਹ ਗੱਲ ਇਸ ਵੇਲੇ ਉਹਨੂੰ ਕਹਿਣ ਦੀ ਕੀ ਲੋੜ ਸੀ? ਚੁੱਪ ਨਹੀਂ ਸੀ ਰਹਿ ਸਕਦੀ। ਉਹਨੂੰ ਚੁੱਪ ਰਹਿਣਾ ਚਾਹੀਦਾ ਸੀ ਚੋਣਾਂ ਤੱਕ। ਸਾਰਿਆਂ ਨੂੰ ਇਹ ਕਹਿਣਾ ਚਾਹੀਦਾ ਤੁਸੀਂ ਜਿਹੜਾ ਜ਼ੋਰ ਲੱਗਦਾ ਲਾ ਲਓ, ਸਿੱਧੂ ਕਾਮਯਾਬ ਹੋਊਗਾ। ਪਰ ਉਹਦਾ ਕਹਿਣਾ ਫਿਰ ਕੀ ਹੋਊਗਾ, ਨਾ ਕਾਮਯਾਬ ਹੋਊ ਤੇ ਅਸੀਂ ਉੱਧਰ ਚੱਲ ਜਾਂਗੇ। ਇੰਨੀ ਗੱਲ ਨਾਲ ਉਹਨੇ ਸਿੱਧੂ ਦਾ ਉਹ ਨੁਕਸਾਨ ਕਰ ਦਿੱਤਾ ਜਿਹੜਾ ਬਿਕਰਮ ਸਿੰਘ ਮਜੀਠੀਆ ਹੁਣ ਤੱਕ ਨਹੀਂ ਸੀ ਕਰ ਸਕਿਆ। ਬੀਬੀ ਨੂੰ ਥੋੜ੍ਹਾ ਜਿਹਾ ਚੁੱਪ ਰਹਿਣਾ ਸਿੱਖਣਾ ਚਾਹੀਦਾ। ਅੱਗੇ ਵੀ ਜਿਹੜੀਆਂ ਸਿੱਧੂ ਦੀਆਂ ਮੁਸ਼ਕਿਲਾਂ ਉਹਦੇ 'ਚੋਂ ਅੱਧੇ ਤੋਂ ਜ਼ਿਆਦੀਆਂ ਬੀਬੀ ਦਾ ਕਰਕੇ ਆਉਂਦੀਆਂ ਨੇ। ਇਹ ਥੋੜ੍ਹਾ ਬਹੁਤ ਜੇ ਸੁਭਾਅ ਬਦਲ ਲੈਣ ਦੋਵੇਂ ਜੀ ਤੇ ਫਾਇਦਾ ਹੋਵੇਗਾ। ਅੱਜ ਵਾਲੀ ਗੱਲ ਬਹੁਤ ਸਾਰੇ ਲੋਕਾਂ ਨੇ ਆਖਿਆ ਕਿ ਬੀਬੀ ਸਿੱਧੂ ਦੇ ਇਹ ਬੋਲਣ ਵਾਲੀ ਨਹੀਂ ਸੀ। ਇਸ ਗੱਲ ਨੇ ਸਿੱਧੂ ਸਾਹਿਬ ਪਤਾ ਨਹੀਂ ਨਵਜੋਤ ਸਿੰਘ ਸਿੱਧੂ ਇਸ ਘਟਨਾ ਨੂੰ ਕਿੱਦਾਂ ਲੈਂਦਾ। ਇਹ ਵੀ ਨਹੀਂ ਪਤਾ ਕਿ ਘਰ ਵਿੱਚ ਉਹਦੀ ਇੰਨੀ ਕੁ ਹਿੰਮਤ ਹੈਗੀ ਆ ਕਹਿਣ ਦੀ ਕਿ ਨਹੀਂ ਹੈਗੀ। ਬਿਕਰਮ ਸਿੰਘ ਮਜੀਠੀਆ ਤੇ ਪਰਸੋਂ ਦਾ ਮਜ਼ਾਕ ਕਰਦਾ, ਉਹ ਕਹਿੰਦਾ ਉਹਨੇ ਬੀਬੀ ਨੇ ਇਹਨੂੰ ਵੋਟ ਨਹੀਂ ਪਾਣੀ, ਉਹਨੇ ਤੇ ਮੈਨੂੰ ਪਾ ਦੇਣੀ ਆ। ਹੁਣ ਇਹ ਨਹੀਂ ਮੈਨੂੰ ਪਤਾ, ਪਰ ਜੋ ਵੀ ਆ ਇਹਨੂੰ ਬੀਬੀ ਨੂੰ ਇਹੋ ਜਿਹੇ ਮੌਕੇ 'ਤੇ ਇਸ ਤਰ੍ਹਾਂ ਦਾ ਬਿਆਨ ਬਿਲਕੁਲ ਨਹੀਂ ਸੀ ਦੇਣਾ ਚਾਹੀਦਾ। ਇਹਨੂੰ ਚੁੱਪ ਰਹਿਣਾ ਚਾਹੀਦਾ ਸੀ। ਹਾਲਾਤ ਅਜੇ ਉਹ ਨਹੀਂ ਆਏ ਕਿ ਸਿੱਧੂ ਨੂੰ ਇੱਥੋਂ ਪੰਜਾਬ 'ਚੋਂ ਭੱਜ ਕੇ ਕਿਤੇ ਬਾਹਰ ਜਾਣਾ ਪਵੇ। ਪੰਨੂ ਸਾਹਿਬ ਅੱਗੇ ਕਰੋਨਾ ਵੈਕਸੀਨ ਦੀ ਗੱਲ ਕਰ ਲੈਂਦੇ ਆ ਜੀ, ਜਿੱਥੇ ਕੇਂਦਰ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਬਹੁਤ ਤੇਜ਼ੀ ਦੇ ਨਾਲ ਵੈਕਸੀਨ ਲੱਗ ਰਹੀ ਹੈ। ਉਧਰੋਂ ਦੂਜੇ ਪਾਸੇ ਇੱਕ ਰਿਪੋਰਟ ਨਿਕਲ ਕੇ ਸਾਹਮਣੇ ਹੈ ਜੀ, ਜਿਹਦੇ ਵਿੱਚ ਕਿਹਾ ਹੈ ਕਿ ਰਿਕਾਰਡ ਦੇ ਵਿੱਚ ਤਾਂ ਮਰੇ ਹੋਏ ਬੰਦਿਆਂ ਨੂੰ ਵੀ ਵੈਕਸੀਨ ਲੱਗੀ ਹੋਈ ਆ। ਇਹ ਪੂਰਾ ਮਾਮਲਾ ਕੀ ਹੈ ਜੀ? ਇਹ ਕਦੇ ਪਹਿਲੀ ਵਾਰ ਹੋਇਆ। ਜਦੋਂ ਕੁੰਭ ਦਾ ਮੇਲਾ ਚੱਲਦਾ ਪਿਆ ਸੀ ਉੱਤਰਾਖੰਡ 'ਚ ਤੇ ਕਹਿੰਦੇ ਸੀ ਗੰਗਾ ਮਾਈ ਸਾਰਿਆਂ ਨੂੰ ਤੰਦਰੁਸਤ ਰੱਖੂਗੀ। ਉੱਥੇ ਇੱਕ ਇੱਕ ਕਰਕੇ 7 ਸਾਧ ਵੀ ਮਰਨੇ ਸ਼ੁਰੂ ਹੋ ਗਏ, ਸੰਤਾਂ ਸਾਧਾਂ ਦੇ ਨਾਲ ਸ਼ਰਧਾਲੂ ਵੀ ਮਰਨੇ ਸ਼ੁਰੂ ਹੋ ਗਏ, ਔਰ 3 ਅਖਾੜਿਆਂ ਦੇ ਤਾਂ ਮੁਖੀ ਮਰ ਗਏ ਉੱਥੇ। ਬਾਅਦ ਸਰਕਾਰ ਉੱਥੋਂ ਉੱਤਰਾਖੰਡ ਦੀ ਕਹਿੰਦੀ ਸੀ ਅਸੀਂ ਸਾਰੇ ਲੋਕਾਂ ਦੇ ਪਹਿਲਾਂ ਟੈਸਟ ਕੀਤੇ, ਵੈਕਸੀਨੇਸ਼ਨ ਕੀਤੀ ਹੈ। ਔਰ ਟੈਸਟਾਂ ਦਾ ਕੀ ਹੈ, ਫੋਨ ਨੰਬਰ ਲੈ, ਉਹਨਾਂ ਫੋਨ ਨੰਬਰਾਂ 'ਤੇ ਮੈਸੇਜ ਕਰ ਦਿੱਤੇ। ਪੰਜਾਬ ਦੇ ਵਿੱਚ ਇਹੋ ਜਿਹੇ ਲੋਕਾਂ ਨੂੰ ਮੈਸੇਜ ਆ ਗਏ ਕਿ ਤੁਸੀਂ ਉੱਤਰਾਖੰਡ ਆਏ ਆ,
ਹਰਿਦੁਆਰ ਕੁੰਭ ਦੇ ਮੇਲੇ ਤੇ ਤੁਹਾਡਾ ਟੈਸਟ ਹੋਇਆ ਤੇ ਬਿਲਕੁਲ ਠੀਕ ਠਾਕ ਹੈ, ਨੈਗੇਟਿਵ ਰਿਪੋਰਟ ਆਈ ਆ, ਉਹਨਾਂ ਬੰਦਿਆਂ ਨੂੰ ਮੈਸੇਜ ਆਏ ਜਿਹੜੇ ਇੱਥੇ ਕੋਈ ਬਠਿੰਡੇ ਕੋਈ ਸੰਗਰੂਰ ਫਿਰਦਾ ਉੱਤਰਾਖੰਡ ਗਿਆ ਹੀ ਨਹੀਂ, ਉਹਨਾਂ ਨੂੰ ਕਿੱਦਾਂ ਆ ਗਏ? ਅੱਛਾ, ਇਦਾਂ ਦੀਆਂ ਗੱਲਾਂ ਗੁਜਰਾਤ ਵਿੱਚ ਵੀ ਫੜੀਆਂ ਗਈਆਂ ਕਿ ਇੱਕ ਟੈਲੀਫੋਨ ਨੰਬਰ ਦੇ ਉੱਤੇ 100 ਬੰਦਿਆਂ ਦੀ ਵੈਕਸੀਨੇਸ਼ਨ ਕਰ ਦਿੱਤੀ ਗਈ ਕਾਗਜ਼ਾਂ 'ਚ। ਬਾਅਦ ਵਿੱਚ ਵੇਖਿਆ ਗਿਆ ਕਿ ਇੱਕੋ ਨੰਬਰ ਤੇ ਇੰਨੇ ਬੰਦਿਆਂ ਨੂੰ ਹੋ ਗਈ। ਉਹ ਫਿਰ ਹੈਲਥ ਡਿਪਾਰਟਮੈਂਟ ਵਾਲਿਆਂ ਨੇ ਆਖਿਆ ਜੀ ਸਾਨੂੰ ਡੰਡਾ ਚੁੱਕ ਕੇ ਡਰਾਉਂਦੇ ਸੀ, ਤੁਹਾਡੇ ਖਿਲਾਫ ਕਾਰਵਾਈ ਹੋਣ ਨੇ ਤੇ ਇੰਨੇ ਬੰਦਿਆਂ ਦੀ ਵੈਕਸੀਨੇਸ਼ਨ ਕਰੋ। ਬੰਦੇ ਸਾਨੂੰ ਮਿਲਦੇ ਨਹੀਂ ਸੀ, ਲੋਕੀ ਵੈਕਸੀਨੇਸ਼ਨ ਕਰਾਉਣ ਨੂੰ ਤਿਆਰ ਨਹੀਂ ਸੀ, ਅਸੀਂ ਫਿਰ ਭਰੀ ਗਏ ਔਰ ਉਹ ਐਡੇ ਵੱਡੇ ਪੱਧਰ ਤੇ ਹੋਈ, ਉਹਦੀਆਂ ਰਿਪੋਰਟਾਂ ਤੇ ਆ ਗਈਆਂ। ਨਾ ਅਸੀਂ ਉੱਤਰਾਖੰਡ 'ਚੋਂ ਇੱਕ ਵੀ ਰਿਪੋਰਟ ਇਹੋ ਜਿਹੀ ਪੜ੍ਹੀ ਆ ਕਿ ਜਾਲੀ ਰਿਪੋਰਟਾਂ ਬਣਾਉਣ ਵਾਲਿਆਂ 'ਚੋਂ ਕਿਸੇ ਨੂੰ ਨੌਕਰੀ ਤੋਂ ਹਟਾ ਕੇ ਘਰ ਭੇਜਿਆ ਹੋਵੇ, ਤੇ ਨਾ ਗੁਜਰਾਤ 'ਚੋਂ ਪੜ੍ਹੀ ਹੈ। ਕਿਉਂ? ਕਿਉਂਕਿ ਇਦਾਂ ਦੇ ਕੰਮ ਕਰਨ ਵਾਲਿਆਂ ਦੀ ਪਹੁੰਚ ਬੜੀ ਉੱਪਰ ਮੰਤਰੀਆਂ ਤੱਕ ਹੁੰਦੀ ਹੈ। ਫਿਰ ਭੋਪਾਲ 'ਚੋਂ ਇਹੋ ਜਿਹੀਆਂ ਰਿਪੋਰਟਾਂ ਆਈਆਂ। ਮੇਰੇ ਕੋਲ ਪੰਜਾਬ ਦੀਆਂ ਇਹੋ ਜਿਹੀਆਂ ਰਿਪੋਰਟਾਂ ਹੈਗੀਆਂ ਨੇ। ਕਿਸੇ ਬੰਦੇ ਨੇ ਕਰਤਾਰਪੁਰ ਸਾਹਿਬ ਜਾਣਾ ਮੱਥਾ ਟੇਕਣ, ਉਹਨੂੰ ਰਿਪੋਰਟ ਚਾਹੀਦੀ ਹੈ। ਕਿਸੇ ਨੇ ਅਮਰੀਕਾ ਜਾਣਾ, ਇੰਗਲੈਂਡ ਜਾਣਾ, ਉਹਨੂੰ ਰਿਪੋਰਟ ਚਾਹੀਦੀ ਹੈ। ਵੈਕਸੀਨੇਸ਼ਨ ਨਹੀਂ ਹੋਈ, ਵੈਕਸੀਨੇਸ਼ਨ ਦੇ ਕਾਗਜ਼ ਬਣਾਤੇ ਗਏ। ਵੈਕਸੀਨ ਕੱਢੀ, ਉੱਥੋਂ ਸੇਬ ਚੁੱਕਿਆ, ਉਹਦੇ ਵਿੱਚ ਲਾ ਕੇ ਉਹ ਮਾਰਿਆ ਡਸਟਬਿਨ 'ਚ ਤੇ ਕਾਗਜ਼ ਭਰ ਦਿੱਤੇ ਜੀ ਇਹਦੀ ਵੈਕਸੀਨੇਸ਼ਨ ਹੋਈ ਹੈ। ਉਹ ਜਾ ਕੇ ਪੜਤਾਲ ਤਾਂ ਕਰਾ ਕੇ ਵੇਖੋ। ਔਰ ਹੁਣ ਤਾਂ ਇਹੋ ਜਿਹੀ ਰਿਪੋਰਟ ਵੀ ਆ ਗਈ ਹੈ ਕਿ ਇੱਕ ਬੰਦਾ ਮਰੇ ਨੂੰ ਕਿੰਨਾ ਚਿਰ ਹੋ ਗਿਆ, ਉਸ ਮਰੇ ਹੋਏ ਦੇ ਘਰ ਦੇ ਵਿੱਚ ਰਿਪੋਰਟ ਚਲੀ ਗਈ ਹੈ ਕਿ ਤੁਹਾਡੀ ਵੈਕਸੀਨੇਸ਼ਨ ਹੋਈ ਹੈ। ਇਹ ਮਰ ਗਿਆਂ ਦੇ ਨਾਂ ਦੇ ਉੱਤੇ ਕੌਣ ਵੈਕਸੀਨੇਸ਼ਨ ਕਰੀ ਜਾਂਦਾ ਪਿਆ? ਇੱਦਾਂ ਦੀਆਂ ਵੈਕਸੀਨ ਕੌਣ ਲਾ ਰਿਹਾ? ਭਾਰਤ ਦੀ ਸਰਕਾਰ ਨੂੰ ਇਹ ਪੁੱਛਣਾ ਚਾਹੀਦਾ ਕਿ ਆ ਪਿਛਲਿਆਂ ਦਿਨਾਂ ਦੇ ਵਿੱਚ, ਪਿਛਲੇ 6 ਮਹੀਨਿਆਂ 'ਚ ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਅਮਰੀਕਾ, ਕੈਨੇਡਾ, ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਕਿਤੇ 10 ਬੰਦੇ, ਕਿਤੇ 100 ਬੰਦੇ, ਕਿਤੇ 500 ਬੰਦੇ, ਕਿਤੇ 1000 ਤੋਂ ਵੱਧ ਉਹ ਫੜੇ ਗਏ ਜਿਹੜੇ ਇੰਡੀਆ ਦੇ ਵਿੱਚੋਂ ਵੈਕਸੀਨ ਕਰਵਾਈ ਦਾ ਰਿਕਾਰਡ ਲੈ ਕੇ ਗਏ ਤੇ ਉੱਥੇ ਜਾ ਕੇ ਪਤਾ ਲੱਗਾ ਕਿ ਉਹ ਰਿਕਾਰਡ ਜਾਲੀ ਸੀ। ਜੇ ਰਿਕਾਰਡ ਜਾਲੀ ਸੀ ਤੇ ਉਸ ਜਾਲੀ ਰਿਕਾਰਡ ਵਾਲਿਆਂ ਨੂੰ ਇੱਥੋਂ ਦਿੱਲੀ ਵਾਲਿਆਂ ਨੇ ਚੈੱਕ ਕਿਉਂ ਨਾ ਕੀਤਾ ਕਿ ਰਿਕਾਰਡ ਜਾਲੀ ਹੈ, ਵੈਕਸੀਨੇਸ਼ਨ ਹੋਈ ਨਹੀਂ, ਇੱਥੋਂ ਉਹਦਾ ਸਰਟੀਫਿਕੇਟ ਬਣਾ ਕੇ ਲੈ ਗਏ। ਇਹ ਚੈੱਕ ਕਰਨਾ ਤਾਂ ਕੋਈ ਔਖਾ ਨਹੀਂ ਹੁੰਦਾ। ਮੈਂ ਕੱਲ ਮੈਨੂੰ ਕਿਤੇ ਆਪਣੇ ਜਲੰਧਰ ਤੋਂ ਬਾਹਰ ਜਾ ਕੇ ਹੋਟਲ 'ਚ ਰਹਿਣਾ ਪਿਆ। ਉਹਨੇ ਆਖਿਆ ਜੀ ਤੁਸੀਂ ਵੈਕਸੀਨ ਦਾ ਸਰਟੀਫਿਕੇਟ ਲਿਆਏ? ਮੈਂ ਕਿਹਾ ਮੈਂ ਤਾਂ ਲਿਆਇਆ ਨਹੀਂ, ਮੈਨੂੰ ਪਤਾ ਨਹੀਂ ਸੀ। ਕਹਿੰਦੇ ਤੁਹਾਡੇ ਜਿਹੜਾ ਹੈਗਾ ਫੋਨ ਦੇ ਉੱਤੇ ਮੈਸੇਜ ਹੋਵੇਗਾ, ਅਸੀਂ ਇੱਥੇ ਤੁਸੀਂ ਆਪਣਾ ਫੋਨ ਨੰਬਰ ਦਿਓ। ਮੈਂ ਨੰਬਰ ਦਿੱਤਾ, ਉਹਨਾਂ ਨੰਬਰ ਭਰਿਆ, ਉਸੇ ਵੇਲੇ OTP ਮੇਰੇ ਕੋਲ ਆ ਗਿਆ। ਉਸ OTP ਤੋਂ ਉਹਨਾਂ ਨੇ ਚੈੱਕ ਕੀਤਾ ਤੇ ਹੈਲਥ ਡਿਪਾਰਟਮੈਂਟ ਤੋਂ ਫਟ ਰਿਪੋਰਟ ਆ ਗਈ ਕਿ ਇਹਦੇ ਦੋਵੇਂ ਵੈਕਸੀਨ ਲੱਗ ਚੁੱਕੀਆਂ ਨੇ। ਤੇ ਜਿਹੜੇ ਦਿੱਲੀ ਤੋਂ ਉਹਨਾਂ ਸਾਰਿਆਂ ਨੂੰ ਜਹਾਜ਼ਾਂ ਤੇ ਚੜ੍ਹ ਗਏ, ਉਹਨਾਂ 'ਚੋਂ ਕਿਸੇ ਇੱਕ ਦੇ ਖਿਲਾਫ ਵੀ ਨਰਿੰਦਰ ਮੋਦੀ ਸਰਕਾਰ ਨੇ ਕਾਰਵਾਈ ਕੀਤੀ ਹੈ ਕਿ ਵੈਕਸੀਨ ਹੋਈ ਤੋਂ ਬਗੈਰ ਤੁਸੀਂ ਵਿਦੇਸ਼ਾਂ ਵਿੱਚ ਭੇਜ ਕੇ ਸਾਡੀ ਬਦਨਾਮੀ ਕਰਾਉਂਦੇ ਪਏ ਹੋ? ਕਿਉਂ ਨਹੀਂ ਕੀਤੀ? ਜਦੋਂ ਇੱਥੇ ਹਨੇਰ ਖਾਤਾ ਹੀ ਪਿਆ, ਕੋਈ ਕਿਸੇ ਨੂੰ ਚੈੱਕ ਕਰਨ ਵਾਲਾ ਨਹੀਂ। ਜਿਹੋ ਜਿਹੇ ਜਾਲੀ ਵੈਕਸੀਨ ਕਰਨ ਵਾਲੇ, ਉਹੋ ਜਿਹੇ ਜਾਲੀ ਵੈਕਸੀਨ ਦੇ ਸਰਟੀਫਿਕੇਟ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਵਾਲੇ, ਜਿਹੋ ਜਿਹੇ ਮਰਨ ਵਾਲੇ ਉਹੋ ਜਿਹੇ ਫੂਕਣ ਵਾਲੇ, ਜਦੋਂ ਸਾਰਾ ਖਾਤਾ ਇਸ ਤਰ੍ਹਾਂ ਚੱਲਦਾ ਪਿਆ ਤੇ ਫਿਰ ਸਰਕਾਰ ਦੀ ਵੈਕਸੀਨੇਸ਼ਨ ਦੇ ਅੰਕੜਿਆਂ ਦੇ ਉੱਤੇ ਦੁਨੀਆ ਯਕੀਨ ਕਿੱਦਾਂ ਕਰੇਗੀ? ਇਹਦੇ ਨਾਲ ਦੇਸ਼ ਦੀ ਬਦਨਾਮੀ ਹੁੰਦੀ ਪਈ ਆ। ਪ੍ਰਧਾਨ ਮੰਤਰੀ ਸਾਹਿਬ ਨੂੰ ਆਪਣੀ ਸਰਕਾਰ ਦੇ ਪੁਰਜੇ ਕੱਸਣੇ ਚਾਹੀਦੇ ਆ ਔਰ ਨਾਲ ਦੀ ਨਾਲ ਜਿਹੜੇ ਹੈਗੇ ਨੇ ਇਹਨਾਂ ਦੇ ਕੋਲ ਹੈਲਥ ਡਿਪਾਰਟਮੈਂਟ ਤੇ ਹੋਰ ਉਹਨਾਂ ਸਾਰਿਆਂ 'ਚੋਂ ਚੈੱਕ ਕਰਨਾ ਚਾਹੀਦਾ। ਬਲਕਿ ਕਈ ਥਾਵਾਂ ਐਸੀਆਂ ਜਿੱਥੇ ਵੈਕਸੀਨ ਕਾਗਜ਼ਾਂ 'ਚ ਲੱਗੀ ਆ, ਬੰਦਾ ਉੱਥੇ ਗਿਆ, ਸਰਟੀਫਿਕੇਟ ਅਸਲੀ ਆ, ਬਿਲਕੁਲ ਅਸਲੀ ਆ, ਉੱਥੇ ਗਿਆ, ਉਹਦੇ ਦਸਤਖਤ ਵੀ ਕਰਾਏ ਆ, ਵੈਕਸੀਨ ਉਹਨੂੰ ਨਹੀਂ ਲੱਗੀ। ਇਹੋ ਜਿਹੀਆਂ ਰਿਪੋਰਟਾਂ ਵੀ ਬਹੁਤ ਥਾਵਾਂ ਤੋਂ ਮਿਲ ਜਾਣਗੀਆਂ ਜਿਨ੍ਹਾਂ ਨੇ ਆਖਿਆ ਜੀ ਅਸੀਂ ਗਏ ਸਾਂ, ਵੈਕਸੀਨ ਲਵਾਉਣ ਨੂੰ ਦਿਲ ਨਹੀਂ ਕੀਤਾ, ਉਹਨਾਂ ਸਾਡੇ ਸਾਹਮਣੇ ਡਸਟਬਿਨ 'ਚ ਸੁੱਟ ਦਿੱਤੀ ਸੀ, ਸਾਡੀ ਰਿਪੋਰਟ ਬਣਾਤੀ ਸੀ। ਜੇ ਇਹੋ ਜਿਹੀਆਂ ਗੱਲਾਂ ਹੈਗੀਆਂ ਤੇ ਉਹਨਾਂ ਸਾਰਿਆਂ ਦੇ ਖਿਲਾਫ ਕਿਸੇ ਕਿਸਮ ਦੀ ਕੋਈ ਕਾਰਵਾਈ ਹੋਣੀ ਚਾਹੀਦੀ ਹੈ। ਹੁੰਦੀ ਨਹੀਂ ਤੇ ਫਿਰ ਇਸ ਤਰ੍ਹਾਂ ਦੀਆਂ ਰਿਪੋਰਟਾਂ ਜਿਹੜੀਆਂ ਆਉਂਦੀਆਂ ਪਈਆਂ, ਇਹ ਆਉਂਦੀਆਂ ਰਹਿਣਗੀਆਂ, ਦੇਸ਼ ਦੀ ਬਦਨਾਮੀ ਹੁੰਦੀ ਰਹੇਗੀ। ਇਹਦੇ ਤੋਂ ਬਚਣ ਦੀ ਲੋੜ ਹੈ। ਪੰਨੂ ਸਾਹਿਬ, ਅੱਗੇ ਕਿਸਾਨਾਂ ਦੀ ਗੱਲ ਕਰ ਲੈਂਦੇ ਆ ਜੀ। ਆਜ਼ਾਦ ਲੜਨ ਦਾ ਐਲਾਨ ਉਹਨਾਂ ਨੇ ਕੀਤਾ ਹੈ ਤੇ ਇਹ ਵੀ ਨਾਲ ਮੰਗ ਕੀਤੀ ਹੈ ਚੋਣ ਕਮਿਸ਼ਨ ਨੂੰ ਕਿ ਸਾਨੂੰ ਵੱਖਰੇ ਵੱਖਰੇ ਚੋਣ ਨਿਸ਼ਾਨ ਦਿੱਤੇ ਜਾਣ। ਇਸ ਦਾ ਫਾਇਦਾ ਹੋਏਗਾ ਚੋਣਾਂ ਦੇ ਵਿੱਚ ਜਾਂ ਨੁਕਸਾਨ ਹੋਏਗਾ ਜੀ? ਇਹ ਵੱਖਰੇ ਵੱਖਰੇ ਦੇਣਗੇ ਜਾਂ ਇੱਕੋ ਦੇਣਗੇ, ਕਿਸਾਨ ਕੋਸ਼ਿਸ਼ ਕਰਨਗੇ। ਉਹਨਾਂ ਨੇ ਇੱਕ ਮੰਜੀ, ਇੱਕ ਕੈਂਚੀ, ਇੱਕ ਹੋਰ ਕਹਾ ਘੜਾ, ਇਹ 3 ਚੋਣ ਨਿਸ਼ਾਨ ਮੰਗੇ ਆ ਅੱਡ-ਅੱਡ ਥਾਵਾਂ ਤੇ ਪੰਜਾਬ 'ਚ।
ਉਹ ਕਹਿੰਦੇ ਸਾਡੀ ਰਜਿਸਟ੍ਰੇਸ਼ਨ ਲੇਟ ਹੋਈ ਹੈ, ਚੋਣ ਨਿਸ਼ਾਨ ਅਜੇ ਮਿਲਿਆ ਨਹੀਂ। ਮਿਲ ਜਾਂਦਾ ਤੇ ਇੱਕੋ ਨਿਸ਼ਾਨ ਦੇ ਉੱਤੇ ਅਸੀਂ ਲੜਨਾ ਸੀ। ਹੁਣ ਕਿਉਂਕਿ ਚੋਣ ਨਿਸ਼ਾਨ ਸਾਨੂੰ ਇੱਕੋ ਮਿਲ ਨਹੀਂ ਸਕਿਆ, ਸਾਡੇ ਲੋਕ ਸਾਰੇ ਵੱਖ-ਵੱਖ ਥਾਵਾਂ ਤੇ ਜਾ ਕੇ ਵੱਖ-ਵੱਖ ਨਿਸ਼ਾਨਾਂ ਦੇ ਉੱਤੇ ਚੋਣ ਲੜਨਗੇ। ਇਹ ਸਾਡੀ ਪਹਿਲੀ ਚੋਣ ਆ, ਇਹ ਵੱਖ-ਵੱਖ ਨਿਸ਼ਾਨਾਂ ਤੇ ਲੜਾਂਗੇ। ਇਹ ਉਹਨਾਂ ਨਹੀਂ ਆਖਿਆ ਕਿ ਅਸੀਂ ਦੂਜੀ ਲੜਨੀ ਕਿ ਨਹੀਂ ਲੜਨੀ ਜਾਂ ਦੂਜੀ ਕਿਹੜੇ ਨਿਸ਼ਾਨ ਤੇ ਲੜਨੀ ਆ ਉਦੋਂ ਲੜਾਂਗੇ ਕਿ ਨਹੀਂ। ਉਹਨਾਂ ਸਿਰਫ ਆਪਣੇ ਬਿਆਨ 'ਚ ਆਖਿਆ ਇਹ ਸਾਡੀ ਪਹਿਲੀ ਚੋਣ ਆ ਤੇ ਇਦਾਂ ਲੜਾਂਗੇ। ਮੈਂ ਸਮਝਦਾ ਕਿ ਉਹਨਾਂ ਦੇ ਨਾਲ ਹਾਲਾਤ ਨੇ ਬੇਇਨਸਾਫੀ ਕੀਤੀ। ਪਹਿਲਾਂ ਤਾਂ ਉਹ ਕਿਸਾਨ ਮੋਰਚੇ 'ਚ ਰੁੱਝੇ ਸਨ, ਇੱਥੇ ਆਏ ਤੇ ਚੋਣਾਂ ਲੜਦੀਆਂ ਕਿ ਨਹੀਂ ਲੜਦੀਆਂ, ਇਹ ਸਵਾਲ ਦੇ ਉੱਤੇ ਬੜਾ ਲੰਮਾ ਸਮਾਂ ਮਤਭੇਦ ਬਣੇ ਰਹੇ। ਜਦੋਂ ਮਤਭੇਦਾਂ ਦਾ ਹੱਲ ਇਹ ਕੱਢਿਆ ਕਿ ਜਿਨ੍ਹਾਂ ਲੜਦੀਆਂ ਉਹ ਇਸ ਪਾਸੇ ਹੋ ਜਾਓ, ਜਿਨ੍ਹਾਂ ਨਹੀਂ ਲੜਦੀਆਂ ਇਸ ਪਾਸੇ ਹੋ ਜਾਓ, ਇਹ 22 ਜਥੇਬੰਦੀਆਂ ਇਕੱਠੀਆਂ ਹੋ ਕੇ ਸੰਯੁਕਤ ਸਮਾਜ ਮੋਰਚਾ ਬਣਾ ਕੇ ਚੋਣ ਲੜਨ ਤੁਰੀਆਂ ਤੇ ਫਿਰ ਪਾਰਟੀ ਰਜਿਸਟਰ ਕਰਾਉਣ ਵਾਸਤੇ ਇਹਨਾਂ ਕੋਲ ਸਮਾਂ ਨਹੀਂ ਸੀ ਰਹਿ ਗਿਆ। ਇਹਨਾਂ ਨੇ ਰਜਿਸਟ੍ਰੇਸ਼ਨ ਵਾਸਤੇ ਅਰਜੀ ਭੇਜ ਦਿੱਤੀ, ਪਰ ਉਹ ਸਮੇਂ ਸਿਰ ਰਜਿਸਟਰ ਨਹੀਂ ਹੋ ਸਕੀ। ਉਹ ਉਦੋਂ ਹੋਈ ਜਦੋਂ ਅਖੀਰਲਾ ਦਿਨ ਰਹਿ ਗਿਆ, ਸਾਰੇ ਕਾਗਜ਼ ਦਾਖਲ ਹੋ ਗਏ, ਬਾਕੀ ਸਕਰੂਟਨੀ ਦਾ ਟਾਈਮ ਰਹਿ ਗਿਆ, ਉਦੋਂ ਤੱਕ ਫਿਰ ਚੋਣ ਨਿਸ਼ਾਨ ਅਲਾਟ ਨਹੀਂ ਸੀ ਹੋ ਸਕਦਾ। ਇਹ ਫਸ ਗਿਆ ਮੁਸ਼ਕਿਲ 'ਚ। ਹੁਣ ਜਿੱਦਾਂ ਦੇ ਵੀ ਹਾਲਾਤ ਹੋਣ ਇਹ ਭੁਗਤਣਗੇ। ਅੱਗੇ ਵੀ ਕਈ ਪਾਰਟੀਆਂ ਇਸ ਤਰ੍ਹਾਂ ਹੁੰਦਾ ਰਿਹਾ ਕਿ ਪਹਿਲੀ ਚੋਣ ਇਸ ਤਰ੍ਹਾਂ ਲੜ ਲੈਂਦੀਆਂ ਤੇ ਦੂਸਰੀ ਚੋਣ ਤੱਕ ਉਹਨਾਂ ਦਾ ਚੋਣ ਨਿਸ਼ਾਨ ਪੱਕਾ ਹੋ ਜਾਂਦਾ ਹੁੰਦਾ ਮੁੜ ਕੇ। ਜੇ ਇਹਨਾਂ 'ਚ ਹਿੰਮਤ ਹੋਈ, ਜੇ ਲੋਕਾਂ ਦਾ ਸਾਥ ਇਹਨਾਂ ਨੂੰ ਮਿਲ ਗਿਆ ਤੇ ਉਹ ਸਾਥ ਦੇ ਨਾਲ ਇਹ ਬਿਨਾਂ ਚੋਣ ਨਿਸ਼ਾਨ ਤੋਂ ਵੀ ਲੜ ਕੇ ਇਸ ਪਹਿਲੀ ਚੋਣ ਦੇ ਵਿੱਚ ਆਪਣਾ ਗੁਜ਼ਾਰੇ ਜੋਗਾ ਜੁਗਾੜ ਬਣਾ ਲੈਣਗੇ ਕਿ ਦੂਜੀ ਲੜ ਸਕਣ। ਹਾਲ ਦੀ ਘੜੀ ਉਹ ਨੰਗੇ ਧੜ ਬਗੈਰ ਚੋਣ ਨਿਸ਼ਾਨ ਤੋਂ ਜਾ ਰਹੇ ਨੇ ਮੈਦਾਨ 'ਚ। ਹੋਰ ਉਹਨਾਂ ਕੋਲ ਰਸਤਾ ਵੀ ਕੋਈ ਨਹੀਂ ਰਹਿ ਗਿਆ, ਇਹੋ ਹੀ ਇੱਕੋ ਇੱਕ ਰਸਤਾ। ਇਹਦੇ ਨਾਲ ਵੀ ਜ਼ਿਆਦਾ ਗੱਲ ਮਾੜੀ ਇਹ ਹੈ ਕਿ ਕਿਸਾਨਾਂ ਦੇ ਵਿੱਚ ਜਿਹੜਾ ਹੁੰਦਾ ਨਾ ਇਸ ਵੇਲੇ ਸ਼ਰੀਕ ਸਾਡਾ ਉਹ ਕੁਝ ਜਥੇਬੰਦੀਆਂ 'ਚ ਆ ਗਿਆ। ਉਹ ਆਪ ਉਹਨਾਂ ਚੋਣ ਲੜਨੀ ਨਹੀਂ, ਜਿਹੜੇ ਚੋਣ ਲੜਦੇ ਪਏ ਆ ਇਹਨਾਂ ਦਾ ਵਿਰੋਧ ਕਰਕੇ ਉਹ ਸ਼ਰੀਕ ਸਾਡੇ ਵਾਲੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ, ਉਹ ਚੋਣ ਨਿਸ਼ਾਨ ਨਾ ਮਿਲਣ ਨਾਲੋਂ ਵੀ ਇਹਨਾਂ ਦਾ ਜ਼ਿਆਦਾ ਵੱਡਾ ਨੁਕਸਾਨ ਉਹਨਾਂ ਨੇ ਕਰ ਦੇਣਾ। ਹਾਲਾਤ ਕੂਕ ਕੇ ਦੱਸਦੇ ਆ ਕਿ ਜਿਨ੍ਹਾਂ ਨੇ ਚੋਣ ਨਹੀਂ ਲੜਨੀ ਉਹਨਾਂ 'ਚੋਂ ਕੁਝ ਲੋਕਾਂ ਦੇ ਮਨ ਵਿੱਚ ਇਹ ਆ ਕਿ ਜੇ ਅਸੀਂ ਨਹੀਂ ਲੜਨੀ ਤੇ ਫਿਰ ਰਾਜੇਵਾਲ ਦੇ ਨਾਂ ਨਾਲ ਵੀ ਐਮਐਲਏ ਕਿਉਂ ਲੱਗ ਜਾਵੇ ਭਲਾ, ਐਵੇਂ ਬਹੁਤਾ ਚੌਧਰੀ ਬਣੂਗਾ, ਇਹਨੂੰ ਵੀ ਨਹੀਂ ਬਣ ਦੇਣਾ ਚਾਹੀਦਾ। ਉਹ ਕੁਝ ਲੋਕ ਇਸ ਗੱਲ ਦੇ ਉੱਤੇ ਲੱਗੇ ਹੋਏ ਆ ਕਿ ਅਸੀਂ ਇਹਨਾਂ ਨੂੰ ਪਾਰ ਨਹੀਂ ਲੱਗਣ ਦੇਣਾ। ਚੋਣ ਨਿਸ਼ਾਨ ਨਾ ਮਿਲੇ ਉਹਦੇ ਨਾਲ ਬਹੁਤਾ ਫਰਕ ਨਹੀਂ। ਬਹੁਤਾ ਫਰਕ ਇਹ ਆ ਕਿ ਭਾਈਚਾਰਾ ਇੱਕ ਖਾਸ ਗਰੁੱਪ ਪੂਰੀ ਤਰ੍ਹਾਂ ਇਹਨਾਂ ਦੇ ਖਿਲਾਫ ਸਰਗਰਮ ਹੋ ਗਿਆ। ਪੰਨੂ ਸਾਹਿਬ, ਅੱਗੇ ਚੋਣ ਕਮਿਸ਼ਨ ਦੀ ਹੀ ਗੱਲ ਕਰ ਲੈਂਦੇ ਆ ਜੀ। ਇਹ ਰਿਪੋਰਟਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਚੋਣ ਕਮਿਸ਼ਨ ਦੀਆਂ ਕਈ ਹਦਾਇਤਾਂ ਦੇ ਨਾਲ ਲੋਕ ਪਰੇਸ਼ਾਨ ਹੋ ਰਹੇ ਨੇ ਜੀ। ਇਹ ਪੂਰਾ ਮਾਮਲਾ ਕੀ ਹੈ ਤੇ ਅਜਿਹਾ ਕਿਉਂ ਹੈ ਜੀ? ਦੇਖੋ, ਚੋਣ ਕਮਿਸ਼ਨ ਦੀਆਂ ਹਦਾਇਤਾਂ ਮੈਂ ਅੱਜ ਵੀ ਪੜ੍ਹੀਆਂ ਨੇ। ਉਹਨਾਂ 'ਚ ਲਿਖਿਆ ਕਿ ਚੋਣਾਂ ਦੇ ਦਿਨਾਂ 'ਚ ਜਿਹਨੇ ਕਿਤੇ ਵੀ ਜਾਣਾ ਉਹਦੇ ਕੋਲ 10,000 ਰੁਪਏ ਤੋਂ ਵੱਧ ਨਹੀਂ ਹੋਣੇ ਚਾਹੀਦੇ। ਜੇ 10,000 ਤੋਂ ਵੱਧ ਨੇ ਫਿਰ ਉਹਦੇ ਕੋਲ ਸਬੂਤ ਹੋਣਾ ਚਾਹੀਦਾ ਕਿ ਪੈਸੇ ਕਿੱਥੋਂ ਆਏ ਤੇ ਕਾਹਦੇ ਲਈ ਲੈ ਕੇ ਜਾ ਰਿਹਾ। ਉਹ 50,000 ਹੋਣ 1 ਲੱਖ 3 ਲੱਖ 9,99,999 ਤੱਕ ਕੋਈ ਗੱਲ ਨਹੀਂ। ਜੇ 1 ਰੁਪਿਆ ਵਧਾ ਕੇ 10 ਲੱਖ ਹੋ ਗਏ ਫਿਰ ਉਹ ਕੇਸ ਇਨਕਮ ਟੈਕਸ ਡਿਪਾਰਟਮੈਂਟ ਨੂੰ ਦਿੱਤਾ ਜਾਵੇਗਾ। ਤੁਸੀਂ ਦੱਸੋ ਜੀ ਇਸ ਬੰਦੇ ਦਾ ਅਸੀਂ ਕੀ ਕਰੀਏ? ਇਨਕਮ ਟੈਕਸ ਡਿਪਾਰਟਮੈਂਟ ਫੈਸਲਾ ਕਰੇਗਾ। ਹੁਣ ਅਸੀਂ ਨਹੀਂ ਕਹਿੰਦੇ ਕੋਈ ਬੰਦਾ 10 ਲੱਖ ਲੈ ਕੇ ਤੁਰੇ, ਜਿਹਨੇ ਲੈ ਕੇ ਤੁਰਨਾ 10 ਲੱਖ ਉਹ ਤੇ ਇਨਕਮ ਟੈਕਸ ਦਾ ਪ੍ਰਬੰਧ ਕਰ ਲਵੇ, ਪਰ ਇਹ 10,000 ਵਾਲੀ ਸ਼ਰਤ ਪੁੱਗਦੀ ਨਹੀਂ। ਇੱਥੇ ਬੜੇ ਲੋਕ ਆ ਜਿਨ੍ਹਾਂ ਇੱਥੇ ਛੋਟੇ-ਮੋਟੇ ਕੰਮਾਂ ਵਾਸਤੇ ਜਾਣਾ 20-30,000 50,000 ਰੁਪਏ ਲੈ ਕੇ ਤੁਰ ਪੈਂਦੇ ਨੇ। ਇੱਥੇ ਬਹੁਤ ਸਾਰੇ ਦੁਕਾਨਦਾਰ ਆ ਜਿਨ੍ਹਾਂ ਦੇ ਕੋਲ ਰਾਤ ਨੂੰ ਜਿੰਨੀ ਕੁ ਸੇਲ ਹੁੰਦੀ ਆ ਉਹ ਸਕੂਟਰ ਦੀ ਡਿੱਗੀ ਵਿੱਚ ਰੱਖ ਕੇ ਜਾਂ ਆਪਣੇ ਬੈਗ 'ਚ ਫੜ ਕੇ ਘਰ ਨੂੰ ਇਸ ਕਰਕੇ ਲੈ ਜਾਂਦੇ ਆ ਕਿ ਰਾਤ ਕੋਈ ਦੁਕਾਨ ਭੰਨ ਕੇ ਪੈਸੇ ਕੱਢ ਕੇ ਨਾ ਲੈ ਜਾਏ। ਕੁਝ ਲੋਕ ਇਹੋ ਜਿਹੇ ਆ ਜਿਨ੍ਹਾਂ ਦੀ 2-2 3-3 ਲੱਖ ਦੀ ਸੇਲ ਵੀ ਹੁੰਦੀ ਹੈ ਤੇ ਰਾਤ ਨੂੰ ਲੈ ਕੇ ਜਾਂਦੇ ਆ। ਉਹਨਾਂ ਨੂੰ ਉੱਥੇ ਨਾਕੇ ਤੇ ਘੇਰ ਕੇ ਬਿਠਾ ਲਿਆ ਜਾਂਦਾ, ਇਹ ਪੈਸੇ ਕਿੱਥੋਂ ਲਿਆਂਦੇ ਓਏ? ਹੁਣ ਇੱਕ ਮੁਸ਼ਕਲ ਇਹ ਆ ਕਿ ਸਾਰਾ ਕੰਮ ਪੁਲਿਸ ਤੇ ਡਿਪਟੀ ਕਮਿਸ਼ਨਰ ਤੇ ਚੋਣ ਦਫ਼ਤਰ ਵਾਲੇ ਨਹੀਂ ਕਰਦੇ। ਚੋਣਾਂ ਦੀਆਂ ਡਿਊਟੀਆਂ ਵਾਸਤੇ ਕੋਈ PWD ਤੋਂ ਬੰਦਾ ਲਿਆਂਦਾ, ਕੋਈ ਬਿਜਲੀ ਬੋਰਡ ਤੋਂ, ਕੋਈ ਕਿਸੇ ਥਾਂ ਤੋਂ, ਕੋਈ ਕਿਸੇ ਥਾਂ ਤੋਂ। ਉਹ ਜਿਹੜੇ ਆਏ ਆ ਉਹ ਵੀ ਇਹ ਦੱਸਣ ਵਾਸਤੇ ਕਿ ਅਸੀਂ ਬੜੀ ਮੁਸਤੈਦੀ ਨਾਲ ਡਿਊਟੀ ਕਰਦੇ ਆ। ਜੇ ਕਿਸੇ ਕੋਲ 60,000 ਰੁਪਏ ਵੀ ਮਿਲ ਜਾਂਦੇ ਆ ਤੇ ਫਟਾਫਟ ਉੱਪਰ ਤੱਕ ਵਾਇਰਸਾਂ ਖੜਕਾ ਦਿੰਦੇ, ਮੈਸੇਜ ਭੇਜ ਦਿੰਦੇ ਆ, ਫੜ ਲਿਆ ਜੇ ਬੜਾ ਵੱਡਾ ਕੋਈ ਸਮਗਲਰ ਫੜ ਲਿਆ ਹੁੰਦਾ। ਸਧਾਰਨ ਹਾਲਾਤ ਵਿੱਚ ਲੋਕਾਂ ਨੂੰ ਇਹ ਮੁਸ਼ਕਲਾਂ ਆਉਂਦੀਆਂ ਨੇ।
ਔਰ ਕਈਆਂ ਥਾਵਾਂ ਤੇ ਅਬਜ਼ਰਵਰਾਂ ਨਾਲ ਮੀਟਿੰਗਾਂ 'ਚ ਡਿਪਟੀ ਕਮਿਸ਼ਨਰਾਂ ਨੇ ਤੇ ਐਸਐਸਪੀਜ਼ ਨੇ ਆਖਿਆ ਕਿ ਸਾਨੂੰ ਲੋਕਾਂ ਦੀ ਮਜਬੂਰੀ ਤੇ ਤਰਸ ਆਉਂਦਾ। ਲੋਕੀ ਦੁਕਾਨਦਾਰ ਖਾਸ ਕਰਕੇ ਗਰਾਹੀ ਵਾਲੇ ਜਿਹੜੇ ਅੱਡ-ਅੱਡ ਥਾਵਾਂ ਤੋਂ ਪੈਸੇ ਕਲੈਕਟ ਕਰਕੇ ਲਿਆਉਂਦੇ ਆ, ਉਹਨਾਂ ਰਾਤ ਨੂੰ ਆਪਣੇ ਘਰ ਜੇ ਲੈ ਕੇ ਜਾਣੇ ਆ। 2-3 ਲੱਖ ਤਾਂ ਛੋਟ ਹੋਣੀ ਚਾਹੀਦੀ ਆ, 2-3 ਲੱਖ ਵੀ ਨਹੀਂ, ਤੁਸੀਂ 10,000 ਦੀ ਸ਼ਰਤ ਰੱਖੀ ਆ। ਇਹ ਚੋਣ ਕਮਿਸ਼ਨ ਨੇ 10,000 ਕਿੱਥੋਂ ਸੋਚ ਕੇ ਰੱਖ ਦਿੱਤਾ, ਕਿਸੇ ਨੂੰ ਵੀ ਸਮਝ ਨਹੀਂ ਆਉਂਦੀ ਪਈ। ਇਹਦਾ ਕਰਕੇ ਇਹ ਆਮ ਜਨਤਾ ਦੀ ਮੁਸ਼ਕਲ ਹੈ। ਮੈਨੂੰ ਪਤਾ ਲੱਗਾ ਸੀ, ਮੈਂ ਅੱਜ 2-3 ਜ਼ਿਲ੍ਹਿਆਂ ਦੇ ਅਫਸਰਾਂ ਨਾਲ, ਸਿਵਲ ਵਾਲਿਆਂ ਨਾਲ ਵੀ, ਪੁਲਿਸ ਵਾਲਿਆਂ ਨਾਲ ਵੀ, ਚੋਣ ਕਮਿਸ਼ਨ ਵਾਲਿਆਂ ਨਾਲ ਵੀ ਇਹ ਗੱਲ ਕੀਤੀ ਕਿ ਲੋਕਾਂ ਨੂੰ ਬੜੀ ਮੁਸ਼ਕਲ ਆ ਰਹੀ ਹੈ, ਤੁਸੀਂ ਇਹਦਾ ਕੋਈ ਹੱਲ ਕੱਢੋ। ਸਾਰੇ ਕਹਿੰਦੇ ਜੀ ਅਸੀਂ ਕਾਨੂੰਨੀ ਤੌਰ ਤੇ ਹੱਲ ਕੋਈ ਨਹੀਂ ਕੱਢ ਸਕਦੇ ਕਿਉਂਕਿ ਭਾਰਤ ਦੇ ਚੋਣ ਕਮਿਸ਼ਨ ਦਾ ਫੈਸਲਾ। ਪਰ ਉੱਦਾਂ ਅਸੀਂ ਇਹ ਰੱਖਿਆ ਕਿ ਜੇ ਕਿਸੇ ਦੀ ਇਹੋ ਜਿਹੀ ਸ਼ਿਕਾਇਤ ਆਉਂਦੀ ਹੈ 1.5 ਲੱਖ ਦੀ ਵੀ, ਤੇ ਉਹ ਡਿਪਟੀ ਕਮਿਸ਼ਨਰ ਮੋਟੀ ਪੁਣ ਛਾਣ ਕਰਕੇ ਕਹਿ ਦਿੰਦਾ ਜਾਣ ਦਿਓ, ਪੈਸੇ ਜ਼ਬਤ ਨਾ ਕਰੋ, ਅਗਲੇ ਦੀ ਲੋੜ ਹੈ। ਇਹ ਤਾਂ ਹੋ ਗਿਆ ਨਾ ਆਪਸੀ ਭਾਈਬੰਦੀ ਨਾਲ, ਹਾਂਜੀ ਇਹ ਚੈੱਕ ਕਰ ਲਿਆ, ਠੀਕ ਠਾਕ ਹੈ, ਕੋਈ ਪ੍ਰੋਬਲਮ ਨਹੀਂ। ਪਰ ਜੇ ਕਾਨੂੰਨੀ ਉਲਝਣ ਕਿਸੇ ਨੂੰ ਪੈ ਜਾਵੇ ਤੇ ਉਹਨੂੰ ਬਹੁਤ ਭੁਗਤਣੀ ਪੈਗੀ। ਮੈਂ ਸਮਝਦਾ ਇਸ ਮਾਮਲੇ ਜਿਹੜੇ ਪਾਰਲੀਮੈਂਟ ਮੈਂਬਰ ਨੇ, ਇਸ ਵੇਲੇ ਪਾਰਲੀਮੈਂਟ ਦਾ ਇਜਲਾਸ ਚੱਲਦਾ ਪਿਆ, ਇਹ ਚੋਣ ਕਮਿਸ਼ਨ ਨੂੰ ਕਹਿਣ ਇਹ ਹਦਾਇਤਾਂ ਆਪਣੀਆਂ ਥੋੜ੍ਹੀਆਂ ਜਿਹੀਆਂ ਸੋਧ ਦਿਓ ਜੀ। ਲੋਕ ਬਹੁਤ ਤੰਗ ਹੋ ਰਹੇ ਨੇ ਔਰ ਉਹਨਾਂ ਦੀ ਇਸੇ ਗੱਲ ਕਰਕੇ ਲੁੱਟ ਵੀ ਹੋ ਰਹੀ ਆ। ਰਾਵਾਂ 'ਚ ਰੋਕ ਕੇ ਘੇਰ ਕੇ ਜਦੋਂ ਆਖਿਆ ਇਹਦਾ ਤੇ ਤੋਂ 1.5 ਲੱਖ ਫੜਿਆ ਗਿਆ, ਤੇਰਾ ਜ਼ਬਤ ਹੋ ਜਾਣਾ, ਨਹੀਂ ਤੇ ਤੂੰ ਸਾਨੂੰ 20,000 ਦੇ ਦੇ, 20 ਛੱਡ ਕੇ 30 ਦੇਣ ਨੂੰ ਵੀ ਵਿਚਾਰਾ ਤਿਆਰ ਹੋ ਜਾਂਦਾ। ਇਹਦਾ ਕੋਈ ਹੱਲ ਕੱਢਣਾ ਚਾਹੀਦਾ ਜੀ। ਬਿਲਕੁਲ। ਤਾਂ ਪੰਨੂ ਸਾਹਿਬ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਤੁਸੀਂ ਸਾਡੇ ਨਾਲ ਜੁੜੇ ਜੀ, ਖਬਰਾਂ ਤੇ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਮਿਹਰਬਾਨੀ, ਸ਼ੁਕਰੀਆ। ਤੁਸੀਂ ਸੁਣਿਆ ਸਾਡਾ ਅੱਜ ਦਾ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ। ਬਾਕੀ ਹੋਰ ਤਾਜ਼ੀਆਂ ਤੇ ਵੱਡੀਆਂ ਖਬਰਾਂ ਲਈ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ। ਤੁਹਾਡਾ ਆਪਣਾ, ਤੁਹਾਡੇ ਲਈ ਫਿਰ ਮਿਲਾਂਗੇ। ਧੰਨਵਾਦ।